हाँ जी प्यारे विद्यार्थियों, अज आपां अपनी 8वीं क्लास का पाठ नंबर 10 ਧੁਨੀ इस पाठ के अज आपां अभ्यास के प्रश्न उत्तर डिस्कस करांगे। तो देखो बच्चे, पहला हैगा खाली थावां भरो। किसी वस्तु द्वारा एक डोलण नूं पूरा करन लई लए समय नूं की कहंदे हन बच्चे? आवर्तकाल। दूजा पॉइंट देखो, ਧੁਨੀ ਨੂੰ ਸੰਚਾਰ ਲਈ ਕੀ ਚਾਹੀਦਾ ਬੱਚੇ? ਮਾਧਿਅਮ। ਧੁਨੀ ਡੈਸ਼ ਵਿੱਚ ਸਭ ਤੋਂ ਵੱਧ ਗਤੀ ਨਾਲ ਸੰਚਾਰ ਕਰਦੀ ਹੈ। ਹਾਂਜੀ, ਧੁਨੀ ਸਭ ਤੋਂ ਵੱਧ ਗਤੀ ਨਾਲ ਸੰਚਾਰ ਕਿਸ ਵਿੱਚ ਕਰਦੀ ਹੈ ਬੱਚੇ? ਠੋਸਾਂ ਵਿੱਚ। ਹਰਟਜ਼ ਕਿਸ ਦੀ ਇਕਾਈ ਹੈ? ਆਵ੍ਰਿਤੀ। ਅਣਚਾਹੀ ਧੁਨੀ ਨੂੰ ਕੀ ਕਹਿੰਦੇ ਨੇ ਬੱਚੇ? ਸ਼ੋਰ। 20,000 ਹਰਟਜ਼ ਤੋਂ ਵੱਧ ਆਵ੍ਰਿਤੀ ਵਾਲੀ ਧੁਨੀ ਨੂੰ ਕੀ ਕਿਹਾ ਜਾਂਦਾ ਹੈਗਾ? ਪਰਾਧੁਨੀ। ਧੁਨੀ ਦੇ ਤਿੱਖੇਪਣ ਨੂੰ ਕੀ ਕਹਿੰਦੇ ਹਨ ਬੱਚੇ? ਪਿੱਚ। ਹਾਂਜੀ, ਇਸ ਤੋਂ ਬਾਅਦ ਦੇਖੋ, ਹੇਠ ਲਿਖਿਆਂ ਵਿੱਚ ਸੱਚ ਜਾਂ ਝੂਠ ਲਿਖੋ। 20 ਹਰਟਜ਼ ਤੋਂ ਘੱਟ ਆਵ੍ਰਿਤੀ ਵਾਲੀ ਧੁਨੀ ਨੂੰ ਨੀਮ ਧੁਨੀ ਕਿਹਾ ਜਾਂਦਾ ਹੈ। ਇਹ ਕਥਨ ਬਿਲਕੁਲ ਸਹੀ ਹੈ, ਤਾਂ ਇਹ ਕੀ ਆ ਜਾਏਗਾ? ਟਰੂ। ਧੁਨੀ ਖਲਾਅ ਵਿੱਚ ਸੰਚਾਰ ਕਰ ਸਕਦੀ ਹੈ। ਤਾਂ ਬੱਚੇ ਇਹ ਕਥਨ ਬਿਲਕੁਲ ਗਲਤ ਹੈ, ਕਿਉਂਕਿ ਆਪਾਂ ਨੇ ਪੜ੍ਹਿਆ ਕਿ ਧੁਨੀ ਨੂੰ ਸੰਚਾਰ ਦੇ ਲਈ ਕਿਸੇ ਨਾ ਕਿਸੇ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ, ਅਤੇ ਖਲਾਅ ਦੇ ਵਿੱਚ ਹਵਾ ਵੀ ਨਹੀਂ ਹੁੰਦੀ, ਇਸ ਲਈ ਧੁਨੀ ਖਲਾਅ ਵਿੱਚ ਸੰਚਾਰ ਨਹੀਂ ਕਰ ਸਕਦੀ। 80 dB ਤੋਂ ਵੱਧ ਪ੍ਰਬਲਤਾ ਵਾਲੀ ਧੁਨੀ ਹਾਨੀਕਾਰਕ ਹੁੰਦੀ ਹੈ। ਇਹ ਕਥਨ ਬਿਲਕੁਲ ਸਹੀ ਹੈ। ਸ਼ੋਰ ਦੀ ਧੁਨੀ ਦੀ ਆਵ੍ਰਿਤੀ ਮੱਛਰ ਦੀ ਧੁਨੀ ਦੀ ਆਵ੍ਰਿਤੀ ਤੋਂ ਵੱਧ ਹੁੰਦੀ ਹੈ। ਇਹ ਕਥਨ ਕੀ ਹੈ ਬੱਚੇ? ਗਲਤ। ਹਾਂਜੀ, ਪੰਜਵਾਂ ਪੁਆਇੰਟ ਦੇਖੋ, ਧੁਨੀ ਦੀ ਪਿੱਚ ਉਸ ਦੇ ਕੰਪਨਾਂ ਦੇ ਆਯਾਮ 'ਤੇ ਨਿਰਭਰ ਕਰਦੀ ਹੈ। ਇਹ ਕਥਨ ਵੀ ਕੀ ਹੈ ਬੱਚੇ? ਬਿਲਕੁਲ ਠੀਕ। ਹਾਂਜੀ, ਅੱਗੇ ਦੇਖੋ, ਅਗਲਾ ਪੁਆਇੰਟ ਹੈ, ਧੁਨੀ ਧਾਗੇ ਵਿੱਚ ਸੰਚਾਰ ਨਹੀਂ ਕਰ ਸਕਦੀ। ਇਹ ਕਥਨ ਬਿਲਕੁਲ ਗਲਤ ਹੈ। ਜਿਸ ਤਰ੍ਹਾਂ ਕਿ ਬੱਚੇ ਆਪਾਂ ਨੇ ਪ੍ਰਯੋਗ ਵੀ ਕੀਤਾ ਸੀ ਕਿ ਆਪਾਂ ਨੇ 2 ਕਾਗਜ਼ ਦੇ ਗਲਾਸ ਲਏ ਸੀ ਅਤੇ ਉਹਨਾਂ ਦੇ ਵਿੱਚੋਂ ਦੀ ਆਪਾਂ ਨੇ ਤਾਗਾ ਲੰਘਾਇਆ ਸੀ, ਤਾਂ ਉਹ ਆਪਣੇ ਖਿਡੌਣਾ ਟੈਲੀਫੋਨ ਬਣ ਗਿਆ ਸੀ। ਅਤੇ ਉੱਥੇ ਆਪਾਂ ਨੇ ਦੇਖਿਆ ਕਿ ਤਾਗੇ ਦੇ ਵਿੱਚੋਂ ਵੀ ਧੁਨੀ ਆ ਜਿਹੜੀ ਸੰਚਾਰ ਕਰ ਸਕਦੀ ਹੈ, ਤਾਂ ਇਸ ਲਈ ਧੁਨੀ ਧਾਗੇ ਵਿੱਚੋਂ ਸੰਚਾਰ ਨਹੀਂ ਕਰ ਸਕਦੀ। ਇਹ ਕਥਨ ਬਿਲਕੁਲ ਗਲਤ ਹੈ। ਧੁਨੀ ਹੈ ਜਿਹੜੀ ਉਹ ਧਾਗੇ ਵਿੱਚੋਂ ਵੀ ਸੰਚਾਰ ਕਰ ਸਕਦੀ ਹੈ। ਹਾਂਜੀ ਬੱਚੇ, ਇਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 3, ਹੇਠ ਲਿਖਿਆਂ ਦੇ ਬਹੁ ਉੱਤਰਾਂ ਵਿੱਚੋਂ ਠੀਕ ਉੱਤਰ ਚੁਣੋ। ਹਾਂਜੀ ਬੱਚੇ, ਪਹਿਲਾ ਪੁਆਇੰਟ ਦੇਖੋ, ਧੁਨੀ ਦੀ ਡੈਸ਼ ਉਸ ਦੇ ਆਯਾਮ 'ਤੇ ਨਿਰਭਰ ਕਰਦੀ ਹੈ। ਗਤੀ, ਪ੍ਰਬਲਤਾ, ਪਿੱਚ ਜਾਂ ਸਰੋਤ। ਤਾਂ ਬੱਚੇ, ਧੁਨੀ ਦੀ ਡੈਸ਼ ਉਸ ਦੇ ਆਯਾਮ 'ਤੇ ਨਿਰਭਰ ਕਰਦੀ ਹੈ, ਤਾਂ ਧੁਨੀ ਦੀ ਕੀ ਉਸ ਦੇ ਆਯਾਮ 'ਤੇ ਨਿਰਭਰ ਕਰਦੀ ਹੈ ਬੱਚੇ? ਉਹ ਹੈ ਪ੍ਰਬਲਤਾ। ਤਾਂ ਸਹੀ ਜਵਾਬ ਕੀ ਹੋ ਜਾਏਗਾ? ਆਪਸ਼ਨ ਆੜਾ। ਹਾਂਜੀ, ਇਸ ਤੋਂ ਬਾਅਦ ਅੱਗੇ ਦੇਖੋ, ਧੁਨੀ ਡੈਸ਼ ਵਿੱਚੋਂ ਸੰਚਾਰ ਕਰ ਸਕਦੀ ਹੈ। ਹੁਣ ਦੇਖੋ ਬੱਚੇ, ਧੁਨੀਆਂ ਜਿਹੜੀ ਠੋਸ ਵਿੱਚੋਂ ਵੀ ਸੰਚਾਰ ਕਰ ਸਕਦੀ ਹੈ, ਤਰਲ ਵਿੱਚੋਂ ਵੀ ਅਤੇ ਗੈਸਾਂ ਵਿੱਚੋਂ ਵੀ। ਤਾਂ ਇਹਦਾ ਸਹੀ ਜਵਾਬ ਕੀ ਆ ਜਾਏਗਾ? ਆਪਸ਼ਨ ਸੱਸਾ, ਠੋਸ, ਤਰਲ ਅਤੇ ਗੈਸਾਂ ਸਾਰਿਆਂ ਵਿੱਚੋਂ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਜਦੋਂ ਤੁਸੀਂ ਵੱਜਦੀ ਹੋਈ ਘੰਟੀ ਨੂੰ ਛੂਹ ਲੈਂਦੇ ਹੋ ਤਾਂ? ਹਾਂਜੀ ਬੱਚੇ, ਜਦੋਂ ਅਸੀਂ ਵੱਜਦੀ ਹੋਈ ਘੰਟੀ ਨੂੰ ਛੂਹ ਲੈਂਦੇ ਹਾਂ ਤਾਂ ਕੀ ਹੋ ਜਾਂਦਾ ਹੈਗਾ? ਤਾਂ ਘੰਟੀ ਕੰਪਨ ਕਰਨਾ ਬੰਦ ਕਰ ਦਿੰਦੀ ਹੈ। ਤੇਰਾ ਸਹੀ ਜਵਾਬ ਹੋਊਗਾ ਆਪਸ਼ਨ ਊੜਾ। ਹਾਂਜੀ ਬੱਚੇ, ਇਸ ਤੋਂ ਬਾਅਦ ਹੈ, ਹੇਠ ਦਿੱਤੇ ਕਾਲਮ 1 ਦੇ ਪ੍ਰਸ਼ਨਾਂ ਦਾ ਕਾਲਮ 2 ਦੇ ਠੀਕ ਉੱਤਰਾਂ ਨਾਲ ਮਿਲਾਨ ਕਰੋ। ਹਾਂਜੀ ਦੇਖੋ, ਸ਼ੋਰ। ਸ਼ੋਰ ਕੀ ਹੈ ਬੱਚੇ? ਬੇਲੋੜੀਆਂ ਧੁਨੀਆਂ। ਵਾਕ ਯੰਤਰ ਕੀ ਹੈ ਬੱਚੇ? ਮਨੁੱਖੀ ਅੰਗ ਜੋ ਧੁਨੀ ਪੈਦਾ ਕਰਦਾ ਹੈ। ਇਸੇ ਤਰ੍ਹਾਂ ਹਰਟਜ਼ ਕੀ ਹੈ ਬੱਚੇ? ਇਹ ਆਵ੍ਰਿਤੀ ਦੀ ਇਕਾਈ ਹੈ। ਡੈਸੀਬਲ ਕੀ ਮਾਪਦਾ ਬੱਚੇ? ਪ੍ਰਬਲਤਾ। ਅਤੇ ਬੰਸਰੀ ਕੀ ਹੈ ਬੱਚੇ? ਇਹ ਇੱਕ ਸੰਗੀਤਕ ਸਾਜ਼ ਹੈ।
हाँ जी बच्चे, अगे ने देखो बहुत छोटे उत्तरां वाले प्रश्न। मनुख विच आवाज़ पैदा करन वाले अंग दा की नाम है? हाँ जी, मनुख विच आवाज़ पैदा करन वाले अंग दा की नाम है बच्चे? वाक यंत्र, जिसनूं असीं कह दिंदे हां लेरेंक्स। अगला प्रश्न है शोर अते संगीत विच की अंतर है? तो देखो बच्चे, संगीत वो धुनी है ਜਿਹੜੀ मन ਭਾਉਂਦਾ प्रभाव ਪਾਉਂਦੀ है, ਜਦੋਂ ਕਿ शोर एक बेलोड़ी धुनी है जिसका ਕੰਨਾਂ 'ਤੇ ਭੈੜਾ प्रभाव ਪੈਂਦਾ है। हाँ जी, अगला प्रश्न देखो, एक डोलन की परिभाषा लिखो। हाँ जी, डोलन की हुंदा है? डोलन वस्तु का संतुलन मध्य स्थिति तो एक सिखरली स्थिति तो दूजी सिखरली स्थिति ਅਤੇ वापस संतुलन मध्य स्थिति तक तय किए गए पथ ਨੂੰ एक डोलन ਕਹਿੰਦੇ ਹਨ। ਤਾਂ ਦੇਖੋ ਬੱਚੇ, E2 ਤੋਂ ਜੇ ਆਪਾਂ ਸ਼ੁਰੂ ਕਰੀਏ, E2 ਤੋਂ ਜਿਹੜੀ ਬॉल ਹੈ ਆਪਣੀ ਚੱਲੇਗੀ, ਫਿਰ O ਤੇ ਹੁੰਦੀ ਹੋਈ E1 ਤੇ ਜਾਏਗੀ ਤੇ E1 ਤੋਂ ਜਾ ਕੇ ਵਾਪਸ ਫਿਰ ਉਹ E2 ਤੇ ਜਾਏਗੀ। ਤਾਂ ਇਸ ਤਰ੍ਹਾਂ ਕੀ ਹੈ, ਇਹਦਾ ਇੱਕ ਡੋਲਣ ਪੂਰਾ ਹੋ ਜਾਏਗਾ। ਜਾਂ ਆਪਾਂ ਜੇ ਮੱਧ ਸਥਿਤੀ ਤੋਂ ਸ਼ੁਰੂ ਕਰਦੇ ਹਾਂ, ਮੱਧ ਸਥਿਤੀ ਤੋਂ ਪਹਿਲਾਂ E1 ਵੱਲ ਜਾਏਗੀ, ਫਿਰ ਮੱਧ ਸਥਿਤੀ ਵਿੱਚ ਹੁੰਦੀ E2 ਤੇ ਜਾਏਗੀ ਤੇ ਵਾਪਸ ਜਦੋਂ O ਤੇ ਆਏਗੀ ਤਾਂ ਇਹਦਾ ਇੱਕ ਡੋਲਣ ਹੈ ਜਿਹੜਾ ਉਹ ਪੂਰਾ ਹੋ ਜਾਏਗਾ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਪਰਾ ਧੁਨੀ ਅਤੇ ਨੀਮ ਧੁਨੀ ਕੀ ਹੁੰਦੀ ਹੈ? ਹਾਂਜੀ ਬੱਚੇ, ਪਹਿਲਾਂ ਦੇਖੋ ਪਰਾ ਧੁਨੀ ਜਾਂ ਅਲਟਰਾਸੋਨਿਕ 20,000 ਹਰਟਜ਼ ਜਾਂ 20 ਕਿਲੋ ਹਰਟਜ਼ ਤੋਂ ਵੱਧ ਆਵ੍ਰਿਤੀ ਵਾਲੀਆਂ ਧੁਨੀਆਂ ਨੂੰ ਪਰਾ ਧੁਨੀ ਕਹਿੰਦੇ ਹਨ। ਚਮਗਾਦੜ, ਡੌਲਫਿਨ, ਕੁੱਤੇ ਅਤੇ ਬਿੱਲੀਆਂ ਪਰਾ ਧੁਨੀ ਸੁਣ ਸਕਦੇ ਹਨ। ਅੱਗੇ ਬੱਚੇ, ਨੀਮ ਧੁਨੀ ਜਾਂ ਇਨਫਰਾਸੋਨਿਕ 20 ਹਰਟਜ਼ ਤੋਂ ਘੱਟ ਆਵ੍ਰਿਤੀ ਵਾਲੀ ਧੁਨੀ ਨੂੰ ਨੀਮ ਧੁਨੀ ਕਹਿੰਦੇ ਹਨ। ਵੇਲ ਅਤੇ ਹਾਥੀ ਨੀਮ ਧੁਨੀ ਪੈਦਾ ਕਰਦੇ ਹਨ। ਭੁਚਾਲ ਦੀ ਮੁੱਖ ਧੁਨੀ ਆਉਣ ਤੋਂ ਪਹਿਲਾਂ ਘੱਟ ਆਵ੍ਰਿਤੀ ਦੀ ਨੀਮ ਧੁਨੀ ਪੈਦਾ ਹੁੰਦੀ ਹੈ, ਜਿਨ੍ਹਾਂ ਨੂੰ ਸੁਣ ਕੇ ਕੁਝ ਜੀਵ ਭੁਚਾਲ ਤੋਂ ਪਹਿਲਾਂ ਹੀ ਪਰੇਸ਼ਾਨ ਹੋ ਜਾਂਦੇ ਹਨ, ਜੋ ਜੀਵਾਂ ਨੂੰ ਸੁਚੇਤ ਕਰ ਦਿੰਦੇ ਹਨ। ਹਾਂਜੀ ਬੱਚੇ, ਅਗਲਾ ਪ੍ਰਸ਼ਨ ਹੈ ਧੁਨੀ ਦੀ ਪ੍ਰਬਲਤਾ ਅਤੇ ਪਿੱਚ ਮਾਪਣ ਦੀ ਇਕਾਈ ਕੀ ਹੈ? ਹਾਂਜੀ ਦੇਖੋ, ਧੁਨੀ ਦੀ ਪ੍ਰਬਲਤਾ ਮਾਪਣ ਦੀ ਇਕਾਈ ਕੀ ਹੈ ਬੱਚੇ? ਡੈਸੀਬਲ। ਤੇ ਧੁਨੀ ਦੀ ਪਿੱਚ ਮਾਪਣ ਦੀ ਇਕਾਈ ਕੀ ਹੈ ਬੱਚੇ? ਹਰਟਜ਼। ਅਗਲਾ ਪ੍ਰਸ਼ਨ ਹੈ ਆਵ੍ਰਿਤੀ ਅਤੇ ਆਵਰਤ ਕਾਲ ਵਿੱਚ ਕੀ ਸੰਬੰਧ ਹੈ? ਤਾਂ ਬੱਚੇ, ਜਿਹੜੀ ਆਵ੍ਰਿਤੀ ਹੁੰਦੀ ਹੈ ਇਹ 1/, ਆਵਰਤ ਕਾਲ ਦੇ ਬਰਾਬਰ ਹੁੰਦੀ ਹੈ। ਜੇ ਆਵਰਤ ਕਾਲ ਜ਼ਿਆਦਾ ਹੋਊਗਾ ਤਾਂ ਆਵ੍ਰਿਤੀ ਘੱਟ ਹੋਊਗੀ, ਜੇ ਆਵਰਤ ਕਾਲ ਘੱਟ ਹੋਏਗਾ ਤਾਂ ਆਵ੍ਰਿਤੀ ਵੱਧ ਹੋਏਗੀ। ਹਾਂਜੀ, ਇਸ ਤੋਂ ਬਾਅਦ ਨੇ ਬੱਚੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਦੇਖੋ, ਇੱਕ ਪੈਂਡਲਮ 5 ਸਕਿੰਟ ਵਿੱਚ 5 ਡੋਲਣ ਪੂਰਾ ਕਰਦਾ ਹੈ, ਇਸ ਦੀ ਆਵ੍ਰਿਤੀ ਅਤੇ ਆਵਰਤ ਕਾਲ ਪਤਾ ਕਰੋ। ਹੁਣ ਦੇਖੋ ਬੱਚੇ, ਆਪਾਂ ਨੂੰ ਦਿੱਤਾ ਗਿਆ ਕਿ 5 ਡੋਲਣਾਂ ਨੂੰ ਪੂਰਾ ਕਰਨ ਲਈ ਕਿੰਨਾ ਸਮਾਂ ਲੱਗਦਾ ਹੈ? 5 ਸਕਿੰਟ। ਤਾਂ ਇੱਕ ਡੋਲਣ ਨੂੰ ਪੂਰਾ ਕਰਨ ਲਈ ਕਿੰਨਾ ਸਮਾਂ ਲੱਗੇਗਾ? 5/5, ਤਾਂ ਕਿੰਨਾ ਹੋ ਜਾਏਗਾ ਬੱਚੇ? 1 ਸਕਿੰਟ। ਆਵਰਤ ਕਾਲ ਕਿੰਨਾ ਹੋ ਗਿਆ ਬੱਚੇ? 1 ਸਕਿੰਟ। ਇਸੇ ਤਰ੍ਹਾਂ ਹੀ ਸਾਨੂੰ ਪਤਾ ਹੈ ਕਿ ਆਵ੍ਰਿਤੀ ਹੈ ਜਿਹੜੀ ਇਹ 1/, ਆਵਰਤ ਕਾਲ ਦੇ ਬਰਾਬਰ ਹੁੰਦੀ ਹੈ, ਤਾਂ ਇਸ ਲਈ 1/1 ਆਵ੍ਰਿਤੀ ਕਿੰਨੀ ਆਏਗੀ ਬੱਚੇ? 1 ਹਰਟਜ਼। ਹਾਂਜੀ, ਇਸ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਦੇਖੋ। ਹਾਂਜੀ, ਅਗਲਾ ਪ੍ਰਸ਼ਨ ਦੇਖੋ, ਇੱਕ ਮੱਛਰ ਆਪਣੇ ਖੰਭਾਂ ਨੂੰ 500 ਕੰਪਨ ਪ੍ਰਤੀ ਸੈਕਿੰਡ ਦੀ ਔਸਤ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ। ਕੰਪਨ ਦਾ ਆਵਰਤ ਕਾਲ ਪਤਾ ਕਰੋ। ਹਾਂਜੀ, ਹੁਣ ਦੇਖੋ ਆਵ੍ਰਿਤੀ ਕਿੰਨੀ ਹੈ? 500 ਕੰਪਨ ਪ੍ਰਤੀ ਸੈਕਿੰਡ, ਤਾਂ ਆਵ੍ਰਿਤੀ ਕਿੰਨੀ ਹੋ ਗਈ? 500 ਹਰਟਜ਼ ਹੋ ਗਈ। ਆਵਰਤ ਕਾਲ ਆਪਾਂ ਨੇ ਪਤਾ ਕਰਨਾ ਹੈ, ਤੇ ਅਸੀਂ ਜਾਣਦੇ ਹਾਂ ਕਿ ਆਵਰਤ ਕਾਲ ਕਿਹਦੇ ਬਰਾਬਰ ਹੁੰਦਾ ਬੱਚੇ? 1/ ਆਵ੍ਰਿਤੀ। ਤਾਂ 1/500, ਤਾਂ ਆਵਰਤ ਕਾਲ ਕਿੰਨਾ ਹੋਏਗਾ? 0.002 ਸੈਕਿੰਡ ਦੇ ਬਰਾਬਰ।
हाँ जी बच्चे, अगला प्रश्न देखो, मनुखी ਕੰਨ ਲਈ ਸੁਣਨਯੋਗ ਅਤੇ ਨਾ ਸੁਣਨਯੋਗ ਧੁਨੀ ਦੀ ਰੇਂਜ ਲਿਖੋ। ਮਨੁੱਖੀ ਕੰਨ ਲਈ ਸੁਣਨਯੋਗ ਧੁਨੀ ਦੀ ਰੇਂਜ ਕਿੰਨੀ ਆ ਬੱਚੇ? 20 ਹਰਟਜ਼ ਤੋਂ 20,000 ਹਰਟਜ਼ ਤੱਕ। ਮਨੁੱਖੀ ਕੰਨ ਲਈ ਨਾ ਸੁਣਨਯੋਗ ਧੁਨੀ ਦੀ ਰੇਂਜ ਹੈ 20 ਹਰਟਜ਼ ਤੋਂ ਘੱਟ ਅਤੇ 20,000 ਹਰਟਜ਼ ਤੋਂ ਵੱਧ। ਹਾਂਜੀ, ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ। ਪ੍ਰਬਲਤਾ, ਪਿੱਚ, ਧੁਨੀ ਦੀ ਗੁਣਵੱਤਾ ਜਾਂ ਟਿੰਬਰ। ਤਾਂ ਸਭ ਤੋਂ ਪਹਿਲਾਂ ਦੇਖੋ ਬੱਚੇ, ਧੁਨੀ ਦੀ ਪ੍ਰਬਲਤਾ ਕੀ ਹੁੰਦੀ ਹੈ? ਧੁਨੀ ਦੀ ਪ੍ਰਬਲਤਾ ਧੁਨੀ ਪੈਦਾ ਕਰਨ ਵਾਲੀਆਂ ਕੰਪਨਾਂ ਦੇ ਆਯਾਮ 'ਤੇ ਨਿਰਭਰ ਕਰਦੀ ਹੈ। ਕੰਪਿਤ ਵਸਤੂ ਦਾ ਆਯਾਮ ਜਿੰਨਾ ਵੱਧ ਹੋਵੇਗਾ, ਉਸ ਤੋਂ ਪੈਦਾ ਹੋਈ ਧੁਨੀ ਦੀ ਪ੍ਰਬਲਤਾ ਓਨੀ ਹੀ ਵੱਧ ਹੋਵੇਗੀ। ਹਾਂਜੀ, ਇਸ ਤੋਂ ਬਾਅਦ ਅੱਗੇ ਹੈ ਧੁਨੀ ਦੀ ਪਿੱਚ। ਧੁਨੀ ਦੀ ਪਿੱਚ ਕੰਪਨ ਕਰ ਰਹੀ ਵਸਤੂ ਦੀ ਆਵਿਰਤੀ 'ਤੇ ਨਿਰਭਰ ਕਰਦੀ ਹੈ। ਧੁਨੀ ਦੀ ਆਵਿਰਤੀ ਜਿੰਨੀ ਵੱਧ ਹੋਵੇਗੀ, ਓਨੀ ਹੀ ਧੁਨੀ ਦੀ ਪਿੱਚ ਵੱਧ ਹੋਵੇਗੀ। ਮਿਊਜ਼ਿਕ ਦੇ ਵੱਖਰੇ ਸਾਜ਼ਾਂ ਦੀ ਪਿੱਚ ਵੱਖਰੀ ਵੱਖਰੀ ਹੁੰਦੀ ਹੈ। ਵੱਖਰੀਆਂ ਟਿਊਨਾਂ ਵਜਾਉਣ ਲਈ ਸਾਜ਼ ਦੀ ਪਿੱਚ ਨੂੰ ਬਾਰ-ਬਾਰ ਬਦਲਣਾ ਹੁੰਦਾ ਹੈ। ਹਾਂਜੀ, ਇਸ ਤੋਂ ਬਾਅਦ ਅੱਗੇ ਹੈ ਧੁਨੀ ਦੀ ਗੁਣਵੱਤਾ ਜਾਂ ਟਿੰਬਰ। ਹਾਂਜੀ ਦੇਖੋ, ਧੁਨੀ ਦੀ ਗੁਣਵੱਤਾ। ਧੁਨੀ ਦੀ ਗੁਣਵੱਤਾ ਜਾਂ ਟਿੰਬਰ ਉਹ ਵਿਸ਼ੇਸ਼ਤਾ ਹੈ ਜਿਹੜੀ ਸਾਨੂੰ ਇੱਕ ਧੁਨੀ ਨੂੰ ਦੂਜੀ ਧੁਨੀ ਤੋਂ ਅਲੱਗ ਕਰਨ ਲਈ ਸਮਰੱਥ ਬਣਾਉਂਦੀ ਹੈ, ਜਦਕਿ ਉਹਨਾਂ ਦੀ ਸਮਾਨ ਪਿੱਚ ਅਤੇ ਪ੍ਰਬਲਤਾ ਹੁੰਦੀ ਹੈ। ਉਹ ਧੁਨੀ ਜਿਹੜੀ ਵੱਧ ਸੁਹਾਵਣੀ ਹੈ, ਉਹ ਚੰਗੀ ਗੁਣਵੱਤਾ ਵਾਲੀ ਹੁੰਦੀ ਹੈ। ਹਾਂਜੀ, ਇਸ ਤੋਂ ਬਾਅਦ ਬੱਚੇ ਹੈ ਆਪਣੇ ਕੋਲ ਨੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਆਪਣੇ ਵਾਤਾਵਰਣ ਵਿੱਚੋਂ ਸ਼ੋਰ ਪ੍ਰਦੂਸ਼ਣ ਦੇ ਸਰੋਤਾਂ ਦੀ ਸੂਚੀ ਬਣਾਓ। ਵਰਣਨ ਕਰੋ ਸ਼ੋਰ ਪ੍ਰਦੂਸ਼ਣ ਮਨੁੱਖ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ। ਤਾਂ ਦੇਖੋ ਬੱਚੇ, ਸ਼ੋਰ ਪ੍ਰਦੂਸ਼ਣ ਦੇ ਸਰੋਤ ਕਿਹੜੇ ਕਿਹੜੇ ਨੇ? ਵਾਹਨਾਂ ਦਾ ਸ਼ੋਰ ਅਤੇ ਉਹਨਾਂ ਦੇ ਪ੍ਰੈਸ਼ਰ ਹਾਰਨ, ਵੱਧ ਪ੍ਰਬਲਤਾ ਵਾਲੇ ਲਾਊਡ ਸਪੀਕਰ, ਫੈਕਟਰੀਆਂ ਦੀਆਂ ਮਸ਼ੀਨਾਂ ਦੇ ਚੱਲਣ ਦੀਆਂ ਧੁਨੀਆਂ, ਪਟਾਕਿਆਂ ਦਾ ਚੱਲਣਾ, ਟੀਵੀ, ਸੰਗੀਤ ਪਲੇਅਰ ਅਤੇ ਰੇਡੀਓ ਦਾ ਚੱਲਣਾ, ਵਾਤਾਨੁਕੂਲਨ, ਰਸੋਈ ਦੇ ਉਪਕਰਨ ਜਿਵੇਂ ਮਿਕਸੀ ਆਦਿ ਦੀ ਧੁਨੀ, ਗਲੀ ਵਿੱਚ ਖੋਮਚੇ ਵਾਲੇ ਦੀ ਧੁਨੀ ਜਾਂ ਆਵਾਜ਼। ਹਾਂਜੀ, ਸ਼ੋਰ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ ਕੀ ਨੇ ਬੱਚੇ? 80 ਡੈਸੀਬਲ ਤੋਂ ਵੱਧ ਪ੍ਰਬਲਤਾ ਵਾਲੀ ਧੁਨੀ ਸੁਣਨ ਨਾਲ ਸਾਡੀ ਸੁਣਨ ਦੀ ਸ਼ਕਤੀ ਆਂਸ਼ਿਕ ਰੂਪ ਵਿੱਚ ਖਤਮ ਹੋ ਸਕਦੀ ਹੈ। ਨੀਂਦ ਦਾ ਘੱਟ ਆਉਣਾ, ਲਗਾਤਾਰ ਸ਼ੋਰ ਪ੍ਰਦੂਸ਼ਣ ਨਾਲ ਬੇਚੈਨੀ ਅਤੇ ਦਿਲ ਦਾ ਰੋਗ ਹੋ ਸਕਦਾ ਹੈ। ਸ਼ੋਰ ਪ੍ਰਦੂਸ਼ਣ ਨਾਲ ਬਲੱਡ ਪ੍ਰੈਸ਼ਰ ਦੇ ਵੱਧ ਜਾਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸ਼ੋਰ ਪ੍ਰਦੂਸ਼ਣ ਤੋਂ ਤਣਾਅ ਅਤੇ ਧਿਆਨ ਟਿਕਾਉਣ ਵਿੱਚ ਪਰੇਸ਼ਾਨੀ ਆ ਸਕਦੀ ਹੈ। ਤਾਂ ਇਹ ਬੱਚੇ ਸ਼ੋਰ ਪ੍ਰਦੂਸ਼ਣ ਦੇ ਕੁਝ ਹਾਨੀਕਾਰਕ ਪ੍ਰਭਾਵ ਨੇ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ, ਮਨੁੱਖੀ ਕੰਨ ਦੀ ਸੰਰਚਨਾ ਬਾਰੇ ਦੱਸੋ ਅਤੇ ਸਮਝਾਓ ਕਿ ਇਹ ਕਿਵੇਂ ਕੰਮ ਕਰਦਾ ਹੈ। ਹਾਂਜੀ, ਮਨੁੱਖੀ ਕੰਨ ਦੀ ਸੰਰਚਨਾ। ਸਾਡੇ ਕੰਨ ਦੇ 3 ਭਾਗ ਹੁੰਦੇ ਨੇ: ਬਾਹਰੀ ਕੰਨ, ਵਿਚਕਾਰਲਾ ਕੰਨ ਤੇ ਅੰਦਰਲਾ ਕੰਨ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਬਾਹਰੀ ਕੰਨ। ਬਾਹਰੀ ਕੰਨ ਬੰਦ ਕੁੱਪੀਨੁਮਾ ਸ਼ਕਲ ਦਾ ਹੁੰਦਾ ਹੈ, ਜਿਸ ਨੂੰ ਪਿੰਨਾ ਕਹਿੰਦੇ ਹਨ। ਅਸੀਂ ਕੰਨ ਦੇ ਕੇਵਲ ਇਸ ਭਾਗ ਨੂੰ ਹੀ ਮਹਿਸੂਸ ਕਰ ਸਕਦੇ ਹਾਂ। ਜਦੋਂ ਧੁਨੀ ਇਸ ਵਿੱਚ ਦਾਖਲ ਹੁੰਦੀ ਹੈ ਤਾਂ ਉਹ ਅੱਗੇ ਵਧਦੀ ਹੋਈ ਕਸੀ ਹੋਈ ਝਿੱਲੀ ਨਾਲ ਟਕਰਾਉਂਦੀ ਹੈ। ਇਸ ਝਿੱਲੀ ਨੂੰ ਕੰਨ ਦਾ ਪਰਦਾ ਕਹਿੰਦੇ ਹਨ। ਧੁਨੀ ਦਾ ਪਰਦੇ ਨਾਲ ਟਕਰਾਉਣ 'ਤੇ ਪਰਦਾ ਕੰਪਨ ਕਰਨ ਲੱਗ ਜਾਂਦਾ ਹੈ। ਇਹ ਕੰਪਨ ਅਗਾਂਹ, ਵਿਚਕਾਰਲੇ ਜਾਂ ਵਿਚਲੇ ਕੰਨ ਨੂੰ ਭੇਜ ਦਿੱਤੀਆਂ ਜਾਂਦੀਆਂ ਹਨ। ਹਾਂਜੀ, ਇੱਦੋਂ ਅੱਗੇ ਬੱਚੇ ਵਿਚਕਾਰਲਾ ਕੰਨ। ਕੰਨ ਦੇ ਇਸ ਹਿੱਸੇ ਵਿੱਚ 3 ਹੱਡੀਆਂ ਹੁੰਦੀਆਂ ਨੇ: ਮੈਲਿਸ, ਇਨਕਸ ਤੇ ਸਟੇਪਸ। ਇਹ ਹੱਡੀਆਂ ਇੱਕ ਦੂਜੇ ਵਿੱਚ ਫਸੀਆਂ ਹੁੰਦੀਆਂ ਹਨ। ਇੱਥੇ ਕੰਪਨ
ਕੰਨ ਦੇ ਅੰਦਰਲੇ ਕੰਨ ਵੱਲ ਭੇਜੇ ਜਾਂਦੇ ਹਨ। ਹਾਂਜੀ, ਅੱਗੇ ਹੈ ਅੰਦਰਲਾ ਕੰਨ। ਇਹ ਕੰਨ ਦਾ ਸਭ ਤੋਂ ਅੰਦਰੂਨੀ ਭਾਗ ਹੈ। ਇਸ ਵਿੱਚ ਕੋਕਲੀਆ ਟਿਊਬਸ ਹੁੰਦੀਆਂ ਹਨ। ਅਰਧ ਚੱਕਰਾਕਾਰ ਟਿਊਬਾਂ ਤਰਲ ਨਾਲ ਭਰੀਆਂ ਹੁੰਦੀਆਂ ਹਨ। ਇਹ ਹਿੱਸਾ ਸੰਤੁਲਨ ਲਈ ਜ਼ਿੰਮੇਵਾਰ ਹੁੰਦਾ ਹੈ। ਇੱਥੇ ਸੰਕੇਤ ਦਿਮਾਗ ਤੱਕ ਜਾਂਦੇ ਹਨ, ਜਿਸ ਤੋਂ ਸਾਨੂੰ ਧੁਨੀ ਪਹਿਚਾਨਣ ਵਿੱਚ ਮਦਦ ਮਿਲਦੀ ਹੈ। ਮਨੁੱਖੀ ਕੰਨ ਦੀ ਕਾਰਜਸ਼ੈਲੀ। ਮਨੁੱਖੀ ਕੰਨ ਕਿਸ ਤਰ੍ਹਾਂ ਕੰਮ ਕਰਦਾ ਹੈ? ਹਾਂਜੀ, ਮਨੁੱਖ ਦੇ ਬਾਹਰੀ ਕੰਨ ਨੂੰ ਪਿੰਨਾ ਕਹਿੰਦੇ ਹਨ, ਜੋ ਆਲੇ ਦੁਆਲੇ ਦੇ ਵਾਤਾਵਰਣ ਤੋਂ ਧੁਨੀ ਨੂੰ ਇਕੱਠਾ ਕਰਦਾ ਹੈ। ਇਹ ਇਕੱਠਾ ਕੀਤੀ ਧੁਨੀ ਕੰਨ ਨਲੀ ਵਿੱਚੋਂ ਗੁਜ਼ਰਦੀ ਹੋਈ ਕੰਨ ਨਲੀ ਦੇ ਸਿਰੇ ਉੱਪਰ ਲੱਗੀ ਪਤਲੀ ਝਿੱਲੀ 'ਤੇ ਡਿੱਗਦੀ ਹੈ। ਇੱਥੇ ਮਾਧਿਅਮ ਦੀ ਨਪੀੜਨ ਕਾਰਨ ਝਿੱਲੀ ਦੇ ਬਾਹਰ ਵੱਲ ਦਬਾਅ ਵੱਧ ਜਾਂਦਾ ਹੈ, ਜੋ ਕੰਨ ਨੂੰ ਅੰਦਰ ਵੱਲ ਧੱਕਦਾ ਹੈ। ਨਿਖੇੜਨਾ ਦੇ ਪਹੁੰਚਣ 'ਤੇ ਕੰਨ ਦਾ ਪਰਦਾ ਬਾਹਰ ਵੱਲ ਗਤੀ ਕਰਦਾ ਹੈ। ਇਸ ਤਰ੍ਹਾਂ ਪਰਦਾ ਕੰਪਨ ਕਰਨ ਲੱਗਦਾ ਹੈ। ਕੰਨ ਦੇ ਮੱਧ ਭਾਗ ਵਿੱਚ ਲੱਗੀਆਂ 3 ਹੱਡੀਆਂ ਹਥੌੜੀ, ਐਨਵਿਲ ਅਤੇ ਸਟ੍ਰਿਪ ਇਹਨਾਂ ਕੰਪਨਾਂ ਨੂੰ ਕਈ ਗੁਣਾ ਵੱਡਾ ਕਰ ਦਿੰਦੀਆਂ ਹਨ ਅਤੇ ਇਹਨਾਂ ਦਬਾਅ ਪਰਿਵਰਤਨਾਂ ਨੂੰ ਕੰਨ ਦੇ ਅੰਦਰਲੇ ਭਾਗ ਤੱਕ ਪਹੁੰਚਾ ਦਿੰਦੀਆਂ ਹਨ। ਇੱਥੇ ਇਹਨਾਂ ਦਬਾਅ ਪਰਿਵਰਤਨਾਂ ਨੂੰ ਬਿਜਲੀ ਸੰਕੇਤਾਂ ਵਿੱਚ ਬਦਲ ਦਿੱਤਾ ਜਾਂਦਾ ਹੈ ਅਤੇ ਸੁਣਨ ਤੰਤੂਆਂ ਰਾਹੀਂ ਦਿਮਾਗ ਤੱਕ ਭੇਜ ਦਿੱਤਾ ਜਾਂਦਾ ਹੈ। ਦਿਮਾਗ ਇਹਨਾਂ ਦੀ ਧੁਨੀ ਰੂਪ ਵਿੱਚ ਵਿਆਖਿਆ ਕਰਦਾ ਹੈ। ਹਾਂਜੀ ਬੱਚੇ, ਇਹਦੇ ਨਾਲ ਹੀ ਤੁਸੀਂ ਮਨੁੱਖੀ ਕੰਨ ਦਾ ਜਿਹੜਾ ਹੈਗਾ ਉਹ ਚਿੱਤਰ ਬਣਾ ਦੇਣਾ। ਜਿਸ ਤਰ੍ਹਾਂ ਕਿ ਦੇਖ ਸਕਦੇ ਹੋ ਕਿ ਮਨੁੱਖੀ ਕੰਨ ਦਾ ਜਿਹੜਾ ਸਭ ਤੋਂ ਬਾਹਰੀ ਭਾਗ ਹੈ ਉਸ ਨੂੰ ਆਪਾਂ ਬਾਹਰੀ ਕੰਨ ਕਹਿ ਦਿੰਦੇ ਹਾਂ, ਜਾਂ ਹੋਰ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਪਿੰਨਾ। ਇਸ ਤੋਂ ਬਾਅਦ ਕੰਨ ਦੇ ਅੰਦਰਲੇ ਭਾਗ ਦੇਖੋ। ਹਾਂਜੀ, ਕੰਨ ਦੇ ਅੰਦਰਲੇ ਭਾਗ ਨੇ ਹਥੌੜੀ, ਐਨਵਿਲ, ਸਟ੍ਰਿਪ, ਸਰਵਣੀ, ਸੁਖਮਣੀ, ਕੰਨ ਵਤਨ ਜਾਂ ਕੋਕਲੀਆ, ਆਹ ਕੰਨ ਪਰਦਾ ਹੈਗਾ, ਕੰਨ ਨਲੀ। ਠੀਕ ਹੈ, ਇਸ ਤਰ੍ਹਾਂ ਬੱਚੇ ਆਪਾਂ ਨੇ ਅਖੀਰ ਦੇ ਵਿੱਚ ਇਹ ਕੰਨ ਦਾ ਜਿਹੜਾ ਹੈਗਾ ਉਹ ਚਿੱਤਰ ਬਣਾ ਦੇਣਾ ਹੈਗਾ। ਹਾਂਜੀ ਬੱਚੇ, ਇਸ ਤੋਂ ਬਾਅਦ ਪ੍ਰਸ਼ਨ ਨੰਬਰ 3 ਦੇਖੋ। ਆਕਾਸ਼ ਵਿੱਚ ਬਿਜਲੀ ਅਤੇ ਬੱਦਲ ਗਰਜਨ ਦੀ ਘਟਨਾ ਇੱਕੋ ਸਮੇਂ ਸਾਡੇ ਤੋਂ ਸਮਾਨ ਦੂਰੀ ਉੱਤੇ ਘਟਿਤ ਹੁੰਦੀ ਹੈ, ਪਰ ਸਾਨੂੰ ਆਕਾਸ਼ੀ ਬਿਜਲੀ ਪਹਿਲਾਂ ਦਿਖਾਈ ਦਿੰਦੀ ਹੈ ਅਤੇ ਬੱਦਲ ਦੀ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ। ਕੀ ਤੁਸੀਂ ਇਸ ਦੀ ਵਿਆਖਿਆ ਕਰ ਸਕਦੇ ਹੋ? ਹਾਂਜੀ, ਇਹਦਾ ਉੱਤਰ ਦੇਖੋ ਬੱਚੇ। ਪ੍ਰਕਾਸ਼ ਦਾ ਵੇਗ ਹੁੰਦਾ ਹੈਗਾ 3 ਗੁਣਾ 10 ਦੀ ਪਾਵਰ 8 ਮੀਟਰ ਪ੍ਰਤੀ ਸਕਿੰਟ, ਜਦ ਕਿ ਧੁਨੀ ਦਾ ਵੇਗ ਹੁੰਦਾ ਹੈ 340 ਮੀਟਰ ਪ੍ਰਤੀ ਸਕਿੰਟ। ਇਸ ਲਈ ਬਿਜਲੀ ਅਤੇ ਬੱਦਲਾਂ ਦੇ ਗਰਜਨ ਦੀ ਘਟਨਾ ਇੱਕੋ ਸਮੇਂ ਅਤੇ ਇੱਕੋ ਦੂਰੀ 'ਤੇ ਹੋਣ ਦੇ ਬਾਵਜੂਦ ਵੀ ਸਾਨੂੰ ਬਿਜਲੀ ਦੀ ਚਮਕ ਪਹਿਲਾਂ ਵਿਖਾਈ ਦਿੰਦੀ ਹੈ ਅਤੇ ਬੱਦਲ ਦੇ ਗਰਜਨ ਦੀ ਆਵਾਜ਼ ਬਾਅਦ ਵਿੱਚ ਸੁਣਾਈ ਦਿੰਦੀ ਹੈ। ਹਾਂਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਸ਼ੋਰ ਪ੍ਰਦੂਸ਼ਣ ਘਟਾਉਣ ਦੇ ਕੁਝ ਤਰੀਕੇ ਲਿਖੋ। ਹਾਂਜੀ, ਸ਼ੋਰ ਪ੍ਰਦੂਸ਼ਣ ਕਿਸ ਤਰ੍ਹਾਂ ਘਟਾ ਸਕਦੇ ਹਾਂ? ਇਹਦਾ ਉੱਤਰ ਹੈ, ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ। ਹਾਂਜੀ, ਸ਼ੋਰ ਪ੍ਰਦੂਸ਼ਣ ਨੂੰ ਅਸੀਂ ਕਿਸ ਤਰ੍ਹਾਂ ਘੱਟ ਕਰ ਸਕਦੇ ਹਾਂ? ਹਾਂਜੀ ਦੇਖੋ ਬੱਚੇ, ਇਹਦਾ ਉੱਤਰ ਪ੍ਰੈਸ਼ਰ ਹਾਰਨ 'ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਲੋੜ ਪੈਣ 'ਤੇ ਹੀ ਹਾਰਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਵਾਹਨਾਂ ਵਿੱਚ ਸਾਇਲੈਂਸਰ ਲਗਾਉਣ ਦੇ ਸਖਤ ਹੁਕਮ ਹੋਣੇ ਚਾਹੀਦੇ ਹਨ। ਸਾਰੀਆਂ ਫੈਕਟਰੀਆਂ ਰਿਹਾਇਸ਼ੀ ਖੇਤਰਾਂ ਤੋਂ ਬਾਹਰ ਹੋਣੀਆਂ ਚਾਹੀਦੀਆਂ ਹਨ। ਘਰਾਂ ਵਿੱਚ ਲੱਗੇ ਉਪਕਰਨਾਂ ਅਤੇ ਫੈਕਟਰੀਆਂ ਦੀਆਂ ਮਸ਼ੀਨਾਂ ਨੂੰ ਸਮੇਂ-ਸਮੇਂ 'ਤੇ ਲੁਬਰੀਕੇਟ ਕਰਨਾ ਚਾਹੀਦਾ ਹੈ। ਇਸ ਤੋਂ ਛੋਟ ਸਮੇਂ ਹੁੰਦਿਆਂ ਉਹਨਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ। ਸੜਕਾਂ ਦੇ ਦੋਨੇ ਪਾਸੇ ਰੁੱਖ ਲਗਾਉਣੇ ਚਾਹੀਦੇ ਹਨ। ਇਹ ਰੁੱਖ ਧੁਨੀ ਨੂੰ ਸੋਖ ਲੈਣਗੇ। ਹਾਂਜੀ, ਇਸ ਤੋਂ ਬਾਅਦ ਅੱਗੇ ਦੇਖੋ। ਘਰਾਂ ਵਿੱਚ ਮੋਟੇ ਪਰਦਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਬੇਲੋੜੀ ਧੁਨੀ ਨੂੰ ਸੋਖ ਕੇ ਪ੍ਰਬਲਤਾ ਘਟਾਉਂਦੇ ਹਨ। ਹਾਂਜੀ ਬੱਚੇ, ਆਖਰੀ ਪ੍ਰਸ਼ਨ ਦੇਖੋ। ਕੀ ਧੁਨੀ ਠੋਸਾਂ ਵਿੱਚ ਸੰਚਾਰ ਕਰਦੀ ਹੈ? ਵਿਆਖਿਆ ਰਾਹੀਂ ਦੱਸੋ।
ਤਾਂ ਦੇਖੋ ਬੱਚੇ, ਜਿਹੜੀ ਧੁਨੀ ਹੈ ਠੋਸਾਂ ਵਿੱਚ ਸੰਚਾਰ ਕਰਦੀ ਹੈ। ਉਦਾਹਰਨ ਦੇਖੋ, ਜਦੋਂ ਅਸੀਂ ਮੇਜ਼ ਦੇ ਇੱਕ ਸਿਰੇ 'ਤੇ ਕੰਨ ਰੱਖਦੇ ਹਾਂ ਅਤੇ ਸਾਡਾ ਮਿੱਤਰ ਦੂਸਰੇ ਸਿਰੇ 'ਤੇ ਟੈਪ ਕਰਦਾ ਹੈ ਤਾਂ ਅਸੀਂ ਧੁਨੀ ਸੁਣਦੇ ਹਾਂ। ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਧੁਨੀ ਲੱਕੜੀ ਵਿੱਚ ਸੰਚਾਰ ਕਰਦੀ ਹੋਵੇ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਧੁਨੀ ਠੋਸ ਵਿੱਚ ਸੰਚਾਰ ਕਰਦੀ ਹੈ। ਤਾਂ ਬੱਚੇ, ਇਹ ਸੀ ਆਪਣੇ ਪਾਠ ਨੰਬਰ 10 ਧੁਨੀ ਦੇ ਅਭਿਆਸ ਦੇ ਪ੍ਰਸ਼ਨ ਉੱਤਰ। ਤਾਂ ਬੱਚੇ, ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਪਾਠ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਪਤਾ ਲੱਗੇ ਹੋਣਗੇ। ਤਾਂ ਬੱਚੇ, ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।